ਪਿਆਰੇ ਬੱਚਿਓ, ਇਸ ਵੀਡੀਓ ਲੈਕਚਰ ਵਿੱਚ ਅੱਜ ਆਪਾਂ ਕਰਾਂਗੇ ਇੱਕ ਪੋਮ ਜੋ ਕਿ ਵਿਲੀਅਮ ਕਾਊਪਰ ਦੁਆਰਾ ਲਿਖੀ ਗਈ ਹੈ। ਇਸ ਦਾ ਨਾਮ ਹੈ ਦ ਨਾਈਟਿੰਗੇਲ ਐਂਡ ਦ ਗਲੋਵਰਮ, ਬੁਲਬੁਲ ਅਤੇ ਜੁਗਨੂ। ਸਾਨੂੰ ਇਸ ਪੋਮ ਤੋਂ ਕੀ ਸਿੱਖਣ ਲਈ ਮਿਲੇਗਾ, ਇਹ ਸਾਨੂੰ ਪੋਇਮ ਨੂੰ ਪੜ੍ਹ ਕੇ ਹੀ ਪਤਾ ਚੱਲੇਗਾ। ਲੈਟਸ ਸਟਾਰਟ। The story of the nightingale and the glowworm, as related in the poem, carries a lovely lesson for mankind. ਇਹ ਜੋ ਸਟੋਰੀ ਹੈ, ਕਹਾਣੀ ਹੈ ਇਸ ਪੋਮ ਦੇ ਵਿੱਚ, ਨਾਈਟਲ ਐਂਡ ਦਾ ਗਲੋਵਰਮ ਜੋ ਪੋਇਮ ਹੈ, ਇਹ ਮਨੁੱਖਤਾ ਦੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਸਬਕ ਰੱਖਦੀ ਹੈ, ਪਿਆਰਾ ਜਿਹਾ ਲੈਸਨ ਰੱਖਦੀ ਹੈ। Every object of nature, ਹਰ ਇੱਕ ਵਸਤੂ ਹੈ ਜੋ ਕੁਦਰਤ ਦੀ, ਲਿਵਿੰਗ ਔਰ ਨਾਨ ਲਿਵਿੰਗ, ਚਾਹੇ ਉਹ ਲਿਵਿੰਗ ਹੋਵੇ ਜਾਂ ਨਾਨ ਲਿਵਿੰਗ ਹੋਵੇ, ਜੀਵਤ ਹੋਵੇ ਜਾਂ ਨਿਰਜੀਵ ਹੋਵੇ, ਇਜ਼ ਯੂਜ਼ਫੁਲ ਇਨ ਇਟਸ ਓਨ ਵੇ, ਆਪਣੇ ਹੀ ਤਰੀਕੇ ਦੇ ਨਾਲ ਉਹ ਲਾਭਦਾਇਕ ਹੁੰਦੀ ਹੈ। For the world to be happy and prosperous, one must learn to coexist with others in a spirit of mutual respect and understanding. ਇਸ ਸੰਸਾਰ ਦੇ ਵਿੱਚ ਫॉर द वर्ld to be happy, ਇਸ ਸੰਸਾਰ ਨੂੰ ਖੁਸ਼ ਰੱਖਣ ਦੇ ਲਈ ਅਤੇ ਪ੍ਰੋਸਪੀਰੀਅਸ ਭਾਵ ਉન્નਤੀ ਵਾਲਾ, ਤਰੱਕੀ ਵਾਲਾ ਬਣਾਉਣ ਦੇ ਲਈ one must learn to coexist, ਵਿਅਕਤੀ ਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਮਿਲ ਜੁਲ ਕੇ ਰਿਹਾ ਜਾਵੇ ਦੂਸਰਿਆਂ ਦੇ ਨਾਲ। in spirit of mutual respect and understanding, ਕਿਹੋ ਜਿਹੀ ਭਾਵਨਾ ਰੱਖਣੀ ਚਾਹੀਦੀ ਹੈ? ਮਿਊਚੁਅਲ ਰਿਸਪੈਕਟ ਦੀ, ਇੱਕ ਦੂਸਰੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਹਾਊ ਡਜ਼ ਦਾ ਪੋਇਟ ਕਨਵੇ ਦਿਸ ਆਈਡੀਆ? ਹੁਣ ਆਪਾਂ ਦੇਖਦੇ ਹਾਂ ਕਿ ਕਵੀ ਇਸ ਵਿਚਾਰ ਨੂੰ ਆਪਣੀ ਇਸ ਪੋਮ ਦੇ ਦੁਆਰਾ ਕਿਸ ਤਰ੍ਹਾਂ ਮਨੁੱਖਤਾ ਦੇ ਵੱਲ ਕਨਵੇ ਕਰ ਰਹੇ ਹਨ। ਲਾਈਨ ਟੂ ਲਾਈਨ ਆਪਾਂ ਪੋਮ ਨੂੰ ਅੱਗੇ ਪੜਾਂਗੇ। A nightingale that all day long, ਇੱਕ ਬੁਲਬੁਲ that all day long had cheered the village with his song, ਸਾਰਾ ਦਿਨ ਆਪਣੇ ਗੀਤ ਦੇ ਨਾਲ ਪਿੰਡ ਵਾਸੀਆਂ ਨੂੰ ਖੁਸ਼ ਕੀਤਾ ਸੀ। had cheered, cheered ਹੁੰਦਾ ਹੈ ਖੁਸ਼ ਕਰਨਾ। had cheered the village with his song, nor yet at eve his note suspended, ਹਾਲੇ ਤੱਕ ਵੀ, ਸ਼ਾਮ ਤੱਕ ਵੀ ਉਸਦਾ ਜੋ ਗੀਤ ਸੀ ਉਹ ਖਤਮ ਨਹੀਂ ਹੋਇਆ ਸੀ। ਐਟ ਈਵ, ਸ਼ਾਮ ਤੱਕ, ਹਿਜ਼ ਨੋਟ ਸਸਪੈਂਡਡ, ਉਸਦਾ ਗੀਤ ਸ਼ਾਮ ਤੱਕ ਵੀ ਖਤਮ ਨਹੀਂ ਹੋਇਆ ਸੀ। began to feel as well he might, ਉਸਨੇ ਸ਼ੁਰੂ ਕਰ ਦਿੱਤਾ ਜਿੰਨਾ ਵੀ ਉਹ ਕਰ ਸਕਦਾ ਸੀ। the keen demand of appetite, ਬਹੁਤ ਜ਼ਿਆਦੇ ਭੁੱਖ ਦੀ ਮੰਗ ਕਰਨੀ ਸਟਾਰਟ ਕਰ ਦਿੱਤੀ। ਭਾਵ ਕੀ ਹੈ? ਉਸਨੂੰ ਕੀਨ ਡਿਮਾਂਡ ਹੁੰਦਾ, ਬਹੁਤ ਜ਼ਿਆਦਾ ਮੰਗ, ਐਪੀਟਾਈਟ ਹੁੰਦਾ ਭੁੱਖ, ਭਾਵ ਉਸਨੂੰ ਬਹੁਤ ਹੀ ਜ਼ਿਆਦਾ ਭੁੱਖ ਲੱਗ ਚੁੱਕੀ ਸੀ। when looking eagerly around, ਜਦ ਉਹ ਦੇਖ ਰਿਹਾ ਸੀ, ਉਤਸੁਕਤਾ ਦੇ ਨਾਲ ਚਾਰੇ ਪਾਸੇ ਵੇਖ ਰਿਹਾ ਸੀ। he spied far off, ਉਸਨੇ ਦੂਰ ਦੂਰ ਤੱਕ ਨਿਗਾਹ ਮਾਰੀ। upon the ground, ਜ਼ਮੀਨ ਦੇ ਉੱਪਰ, ਕਿਉਂਕਿ ਉਸਨੂੰ ਭੁੱਖ ਲੱਗੀ ਸੀ ਅਤੇ ਉਸਨੂੰ ਕੁਝ ਖਾਣ ਦੇ ਲਈ ਚਾਹੀਦਾ ਸੀ, ਇਸ ਲਈ ਉਸਨੇ ਦੂਰ ਤੱਕ ਜ਼ਮੀਨ ਦੇ ਉੱਪਰ ਨਿਗਾਹ ਮਾਰੀ। a something shining in the dark, ਉਸਨੇ ਕੀ ਵੇਖਿਆ ਕਿ ਕੁਝ ਹਨੇਰੇ ਦੇ ਵਿੱਚ ਚਮਕ ਰਿਹਾ ਸੀ। and knew the glowworm by his spark, ਅਤੇ ਉਸਨੇ ਜਾਣ ਲਿਆ ਕਿ ਇਹ ਇੱਕ ਜੁਗਨੂ ਹੈ। ਉਸਦੇ ਸਪਾਰਕ ਤੋਂ, ਉਸਦੀ ਚਮਕ ਤੋਂ ਬੁਲਬੁਲ ਨੇ ਇਹ ਜਾਣ ਲਿਆ ਕਿ ਉਹ ਕੀ ਹੈ? ਇੱਕ ਜੁਗਨੂ ਹੈ। so stooping down from a hawthorn top, ਇਸ ਲਈ ਇੱਕਦਮ ਹੇਠਾਂ ਆਉਂਦੇ ਹੋਏ, ਸਟੂਪਿੰਗ ਡਾਊਨ ਹੁੰਦਾ ਬੇਟਾ ਇੱਕਦਮ ਹੇਠਾਂ ਆਉਣਾ। ਜਿਸ ਤਰ੍ਹਾਂ ਤੁਸੀਂ ਆਕਾਸ਼ ਦੇ ਵਿੱਚ ਕਿਸੇ ਪਤੰਗ ਨੂੰ ਬਿਲਕੁਲ ਇੱਕਦਮ ਹੇਠਾਂ ਆਉਂਦੇ ਹੋਏ ਦੇਖਿਆ ਹੋਵੇਗਾ, ਉਸੇ ਤਰ੍ਹਾਂ ਹੀ ਕੀ ਹੈ? ਸਟੂਪਿੰਗ ਡਾਊਨ ਫਰੋਮ ਆ ਹਾਥਾਰਨ ਟੌਪ, ਇੱਕ ਕੰਡਿਆਲੀ ਝਾੜੀ ਦੇ ਸਿਖਰ ਤੋਂ ਉਹ ਜੋ ਬੁਲਬੁਲ ਸੀ ਇੱਕਦਮ ਹੇਠਾਂ ਵੱਲ ਨੂੰ ਆਇਆ। he thought to put him in his crop, ਉਸਨੇ ਸੋਚਿਆ ਉਸਨੂੰ ਆਪਣੀ ਕ੍ਰੌਪ ਦੇ ਵਿੱਚ ਪਾਉਣ ਦੇ ਬਾਰੇ। ਕ੍ਰੌਪ ਹੁੰਦਾ ਬੇਟਾ ਜੋ ਕਈ ਪੰਛੀਆਂ ਦੇ ਜੋ ਇੱਕ ਥੈਲੀ ਹੁੰਦੀ ਹੈ, ਚੁੰਝ ਨੂੰ ਵੀ ਆਪਾਂ ਕਹਿ ਦੇਵਾਂਗੇ, ਜਾਂ ਚੁੰਝ ਦੇ ਨਾਲ ਜੋ ਉਸਦਾ ਗਲਾ ਹੈ, ਥੈਲੀ ਹੈ, ਉਸਨੂੰ ਕ੍ਰੌਪ ਕਹਿ ਦਿੱਤਾ ਜਾਂਦਾ ਹੈ।
He thought to put him in his crop. ਉਸਨੇ ਉਸਨੂੰ ਆਪਣੀ ਚੁੰਝ ਵਿੱਚ ਪਾਉਣ ਬਾਰੇ ਸੋਚਿਆ। The worm, aware of his intent, ਜੋ ਇਹ ਕੀਟ ਸੀ, ਭਾਵ ਜੋ ਇਹ ਜੁਗਨੂ ਸੀ, ਉਸੇ ਨੂੰ ਹੀ worm ਕਿਹਾ ਗਿਆ ਹੈ। The worm, aware of his intent, ਜੋ ਇਹ worm ਸੀ, ਇਹ ਜੁਗਨੂ ਸੀ, ਉਸਦੇ ਇਰਾਦੇ ਤੋਂ ਜਾਣੂ ਸੀ। Aware ਹੁੰਦਾ ਜਾਣੂ, intent ਹੁੰਦਾ ਇਰਾਦਾ। harangued him thus right eloquent, ਉਸਨੇ ਉਸਨੂੰ ਇੱਕ ਭਾਸ਼ਣ ਦਿੱਤਾ। harangued him, ਉਸਨੂੰ ਇੱਕ ਛੋਟਾ ਭਾਸ਼ਣ ਦਿੱਤਾ। right eloquent, ਬਹੁਤ ਹੀ ਜ਼ਿਆਦਾ ਭਾਵਪੂਰਨ ਭਾਸ਼ਣ ਸੀ ਇਹ। ਕੀ ਕਿਹਾ? did you admire my lamp? quite he, ਉਸਨੇ ਕਿਹਾ ਕੀ ਤੁਸੀਂ ਮੇਰੇ ਲੈਂਪ ਦੀ, ਮੇਰੀ ਰੌਸ਼ਨੀ ਦੀ ਪ੍ਰਸ਼ੰਸਾ ਕਰਦੇ ਸੀ। as much as I your ministressly, ਜਿਸ ਤਰ੍ਹਾਂ ਕੀ ਹੈ, ਮੈਂ ਤੁਹਾਡੀ ਇਹ ਜੋ ਮਿੱਠੀ ਆਵਾਜ਼ ਹੈ, ਮਿਨਿਸਟਰੈਲਸੀ ਕੀ ਹੁੰਦਾ ਬੇਟਾ? ਇੱਕ ਬਹੁਤ ਹੀ ਮਿੱਠੀ ਆਵਾਜ਼ ਵਿੱਚ ਗੀਤ ਗਾਉਣਾ, ਸੰਗੀਤ। ਕੀ ਤੁਸੀਂ ਮੇਰੇ ਲੈਂਪ ਦੀ ਪ੍ਰਸ਼ੰਸਾ ਕਰਦੇ ਸੀ। as much as I your ministrelsy, ਜਿਸ ਤਰ੍ਹਾਂ ਮੈਂ ਤੁਹਾਡੀ ਮਿੱਠੀ ਆਵਾਜ਼ ਦੀ ਪ੍ਰਸ਼ੰਸਾ ਕਰਦਾ ਸੀ, ਕਿ ਤੁਸੀਂ ਵੀ ਕਰਦੇ ਰਹੇ ਹੋ ਮੇਰੇ ਲੈਂਪ ਦੀ ਪ੍ਰਸ਼ੰਸਾ। would you abhor to me wrong? you would abhor to me to do me wrong। ਕੀ ਕਹਿੰਦਾ ਹੈ? ਜੋ ਇਹ ਕੀਟ ਹੈ, ਗਲੋ ਵਰਮ ਹੈ, ਤੁਹਾਨੂੰ ਕੀ ਕਹਿੰਦਾ? ਨਫ਼ਰਤ ਕਰਨੀ ਚਾਹੀਦੀ ਹੈ। abhor ਹੁੰਦਾ ਬੇਟਾ ਨਫ਼ਰਤ ਕਰਨੀ। you would abhor to do me wrong, ਮੇਰਾ ਨੁਕਸਾਨ ਕਰਨ ਵਿੱਚ ਤੁਹਾਨੂੰ ਨਫ਼ਰਤ ਕਰਨੀ ਚਾਹੀਦੀ ਹੈ। as much as I to spoil your song, ਜਿਸ ਤਰ੍ਹਾਂ ਮੈਂ ਨਫ਼ਰਤ ਕਰਦਾ ਹਾਂ ਤੁਹਾਡਾ ਗੀਤ ਖਰਾਬ ਕੀਤੇ ਜਾਣ ਨੂੰ। ਵੀ ਜੇਕਰ ਤੁਹਾਡਾ ਗੀਤ ਕੋਈ ਖਰਾਬ ਕਰੇ, ਮੈਨੂੰ ਉਸ ਚੀਜ਼ ਤੋਂ ਨਫ਼ਰਤ ਹੈ, ਤਾਂ ਤੁਹਾਨੂੰ ਵੀ ਨਫ਼ਰਤ ਕਰਨੀ ਚਾਹੀਦੀ ਹੈ ਮੈਨੂੰ ਨੁਕਸਾਨ ਪਹੁੰਚਾਉਣ ਤੋਂ। for not was the self same power divine, ਕੀ ਉਹ ਇੱਕੋ ਹੀ ਪਾਵਰ, ਇੱਕੋ ਹੀ ਰੱਬੀ ਸ਼ਕਤੀ ਨਹੀਂ ਸੀ। taught you with music, I with light, ਜਿਸਨੇ ਤੁਹਾਨੂੰ ਮਿਊਜ਼ਿਕ ਸਿਖਾਇਆ, ਤੁਹਾਨੂੰ ਗਾਉਣਾ ਸਿਖਾਇਆ ਤੇ ਮੈਨੂੰ ਰੌਸ਼ਨੀ ਦੇਣਾ ਸਿਖਾਇਆ। might beautify and cheer the night, ਅਸੀਂ ਕੀ ਕਰ ਸਕਦੇ ਹਾਂ? I with light might beautify and cheer the night, ਸਾਨੂੰ ਇਹ ਜੋ ਸ਼ਕਤੀ ਦਿੱਤੀ ਹੈ ਉਹ ਇੱਕੋ ਹੀ ਪਾਵਰ, ਇੱਕੋ ਹੀ ਪ੍ਰਮਾਤਮਾ ਦੁਆਰਾ ਦਿੱਤੀ ਗਈ ਹੈ। ਅਸੀਂ ਇਸ ਨਾਲ ਕੀ ਕਰ ਸਕਦੇ ਹਾਂ? I with light might beautify and cheer the night, ਤੁਸੀਂ ਮਿਊਜ਼ਿਕ ਦੇ ਨਾਲ ਤੇ ਮੈਂ ਰੌਸ਼ਨੀ ਦੇ ਨਾਲ ਇਸ ਰਾਤ ਨੂੰ, ਇਹ ਜੋ ਰਾਤ ਹੈ ਅੱਜ ਦੀ, ਇਸ ਨੂੰ ਖੁਸ਼ ਕਰ ਸਕਦੇ ਹਾਂ, ਖੁਸ਼ੀਆਂ ਭਰੀ ਬਣਾ ਸਕਦੇ ਹਾਂ ਅਤੇ ਬਹੁਤ ਹੀ ਸੁੰਦਰ ਬਣਾ ਸਕਦੇ ਹਾਂ। The songster heard his short oration, songster ਕਿਸ ਨੂੰ ਕਿਹਾ ਗਿਆ ਬੇਟਾ? ਬੁਲਬੁਲ ਨੂੰ। ਉਸ ਬੁਲਬੁਲ ਨੇ ਇਸ ਜੋ ਗਲੋ ਵਰਮ ਹੈ ਉਸਦਾ ਛੋਟਾ, ਇਹ ਜੋ ਭਾਵਪੂਰਨ ਛੋਟਾ ਜਿਹਾ ਭਾਸ਼ਣ ਸੀ ਉਹ ਸੁਣਿਆ। and warbling out his approbation, ਅਤੇ ਆਪਣੇ ਵੱਲੋਂ ਸਹਿਮਤੀ ਉਸਨੂੰ ਦੇ ਦਿੱਤੀ। approbation ਕੀ ਹੁੰਦਾ ਬੇਟਾ? ਸਹਿਮਤੀ ਦੇ ਦੇਣਾ। released him, ਉਸਨੂੰ ਆਜ਼ਾਦ ਕਰ ਦਿੱਤਾ। as my story tells, ਜਿਸ ਤਰ੍ਹਾਂ ਕਿ ਮੇਰੀ ਇਹ ਸਟੋਰੀ ਦੱਸਦੀ ਹੈ ਕਿ ਉਸਨੂੰ ਆਜ਼ਾਦ ਕਰ ਦਿੱਤਾ ਗਿਆ। and found his supper somewhere else, ਅਤੇ ਆਪਣਾ ਜੋ ਸਫ਼ਰ ਸੀ, ਖਾਣਾ ਸੀ, ਸ਼ਾਮ ਅਤੇ ਰਾਤ ਦੇ ਵਿਚਕਾਰ ਦਾ ਜੋ ਇਹ ਖਾਣਾ, ਉਸਨੂੰ ਸਫ਼ਰ ਕਹਿ ਦਿੱਤਾ ਜਾਂਦਾ ਹੈ, ਅਤੇ ਉਸ ਬੁਲਬੁਲ ਨੇ ਆਪਣਾ ਖਾਣਾ ਕਿਤੇ ਹੋਰ ਲੱਭ ਲਿਆ। ਇੱਥੇ ਬੇਟਾ ਆਪਣੀ ਇਹ ਜੋ ਪੋਮ ਹੈ ਦਾ ਨਾਈਟਿੰਗੇਲ ਐਂਡ ਦਾ ਗਲੋ ਵਰਮ ਖਤਮ ਹੋ ਜਾਂਦੀ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪੋਮ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਲੱਗ ਗਈ ਹੋਵੇਗੀ।